सत श्री अकाल दोस्तों। ਅੱਜ एक नवा चैप्टर शुरू करांगे जी। एनवायरमेंटल पोल्यूशन, वातावरण प्रदूषण। उस तो पहला ना पिछले चैप्टर का थोड़ा जिहा पोर्शन रहिंदा सी, असीं उहनूं देख लैंदे हां। एक्वैटिक इकोसिस्टम विच एक टॉपिक है जी मैंग्रोव्स। पेन सिलेक्ट कर लीए। मैंग्रोव्स की हुंदे जी? मैंग्रोव्स जिहड़ा तुहाडा कोस्टल एरिया हुंदा ना, उत्थे एक खास किस्म के दरख्त पाए जाते आ, उन्हां नूं कहंदे जी मैंग्रोव्स। ते साडे भारत विच बंगाल साइड ते ना इन्हां नूं सुंदरी दे दरख्त कहंदे आ जी। तो उसे दे नाम तो उस खेतर विच इन्हां जंगलां नूं कहंदे आ जी सुंदरबन। मैंग्रोव एक किस्म दे लिटरल दा मतलब हुंदा जी तट दे नेड़े, कोस्टल तट दे नेड़े वाले पौधे हुंदे हन जो कि गर्म देशां, गर्म भाव ट्रॉपिकल जां सब ट्रॉपिकल ते सब ट्रॉपिकल की हुंदे याद करो। आ देखो, आ तुहाडी धरती आ, ठीक है जी। आ तुहाडा इक्वेटर आ ते इक्वेटर ते सूरज दी किरणां की पैंदियां? सिद्धियां पैंदियां जी। ते इहदे आसे पासे वाला जिहड़ा एरिया आ उहनूं कहंदे जी ट्रॉपिकल, ते उस तो थोड़ा नाल लगदा एरिया उहनूं कहंदे जी सब ट्रॉपिकल। ਸਿੰਪਲੀ कह दईए भूमध रेखा के आस पास ये ज़्यादा पाए जाते आ, जिथे गर्मी ज़्यादा आ, सूरज दीयां किरणां सीधियां पैंदियां आ, उत्थे ये ज़्यादा पाए जाते आ। ठीक, इस खेतर विच जिहड़ी शैल्टर्ड कोस्टलाइन हुंदी है ना, ਸਿੰਪਲੀ कह दईए तट ते पाए जाते आ इस खेतर विच। ते ये मैंग्रोव झाड़ियां टाइप भी हो सकते आ जी, रुख भी हुंदे आ। कित्थे पाए जाते आ? जो हाई टाइड, ਉੱਚੇ ਜਵਾਰ ਭਾਟੇ, ਹਾਈ ਟਾਈਡ ਦੇ ਉੱਚੇ ਪਾਣੀ ਦੇ ਪੱਧਰ ਤੋਂ ਹੇਠਾਂ ਉੱਗਦੇ ਹਨ। ਮੰਨ ਲਓ ਆ ਸਮੁੰਦਰ ਆ, ਆ ਸਮੁੰਦਰ ਤੋਂ ਪਾਣੀ ਐ ਨੂੰ ਜਾਂਦਾ ਜਵਾਰ ਭਾਟੇ ਰਾਹੀਂ, ਤੇ ਇੱਥੇ ਹਾਈ ਟਾਈਡ ਆ, ਇੱਥੇ ਤੱਕ ਪਾਣੀ ਪਹੁੰਚਦਾ ਆ। ਤਾਂ ਹਾਈ ਟਾਈਡ ਤੋਂ ਥੱਲੇ ਥੱਲੇ, ਹਾਈ ਟਾਈਡ ਤੋਂ ਥੱਲੇ ਥੱਲੇ, ਹਾਈ ਟਾਈਡ ਦੇ ਉੱਚੇ ਪਾਣੀ ਦੇ ਪੱਧਰ ਤੋਂ ਹੇਠਾਂ ਉੱਗਦੇ ਹਨ। ਉਹ ਲੂਣ ਵਾਲੇ ਪਾਣੀ ਵਿੱਚ ਸਹਿਣਸ਼ੀਲਤਾ ਲਈ ਬਹੁਤ ਵਧੀਆ ਸਮਰੱਥਾ ਪ੍ਰਦਰਸ਼ਿਤ ਕਰਦੇ ਹਨ। ਸਾਲਟ ਵਾਟਰ ਲਈ ਇਹਨਾਂ ਦੀ ਟੋਲਰੈਂਸ ਬਹੁਤ ਵਧੀਆ ਹੁੰਦੀ ਆ। ਸਹਿਣਸ਼ੀਲਤਾ ਮਤਲਬ ਟੋਲਰੈਂਸ। ਖਾਰੇ ਪਾਣੀ ਵਿੱਚ ਵੀ ਉਹ ਬਹੁਤ ਵਧੀਆ ਢੰਗ ਨਾਲ ਪੈਦਾ ਹੋ ਜਾਂਦੇ ਆ। ਕੁਦਰਤੀ ਤੌਰ 'ਤੇ ਉਹਨਾਂ ਵਿੱਚ ਇੱਦਾਂ ਦੀਆਂ ਖੂਬੀਆਂ ਆ ਕਿ ਉਹ ਖਾਰੇ ਪਾਣੀ ਵਿੱਚ ਵੀ ਆਪਣੇ ਆਪ ਨੂੰ ਵਧੀਆ ਢੰਗ ਨਾਲ ਡਿਵੈਲਪ ਕਰ ਲੈਂਦੇ ਆ। ਭਾਵ ਉਹ ਖੜੇ ਪਾਣੀ ਵਿੱਚ ਰਹਿਣ ਲਈ ਬਹੁਤ ਵਧੀਆ ਢੰਗ ਨਾਲ ਅਨੁਕੂਲ ਹੁੰਦੇ ਹਨ। ਠੀਕ, ਮੈਂਗਰੋਵ ਜੰਗਲਾਂ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਇਹ ਸਦਾਬਹਾਰ ਪੌਦੇ ਹਨ। ਐਵਰਗ੍ਰੀਨ ਇਹ ਹੈ ਜੀ ਟਰੀ। ਇਹ ਖਾਸ ਮੌਸਮ ਵਿੱਚ ਆਪਣੇ ਪੱਤੇ ਨਹੀਂ ਝਾੜਦੇ, ਸਦਾਬਹਾਰ ਪੌਦੇ ਹਨ। ਇਹ ਉਹਨਾਂ ਸਥਾਨਾਂ 'ਤੇ ਚੰਗੀ ਤਰ੍ਹਾਂ ਵੱਧਦੇ ਫੁੱਲਦੇ ਹਨ ਜਿੱਥੇ ਨਦੀਆਂ ਦੁਆਰਾ ਭਰਪੂਰ ਮਾਤਰਾ ਵਿੱਚ ਸਿਲਟ ਲਿਆਂਦਾ ਜਾਂਦਾ ਹੈ। ਸਿਲਟ ਕੀ ਹੁੰਦਾ ਜੀ? ਮੋਟੇ ਮਿੱਟੀ ਦੇ ਕਣ। ਜਿੱਥੇ ਨਦੀਆਂ ਮੋਟੇ ਮਿੱਟੀ ਦੇ ਕਣ ਭਰਪੂਰ ਮਾਤਰਾ ਵਿੱਚ ਲੈ ਕੇ ਆਉਂਦੀਆਂ ਆ, ਉੱਥੇ ਇਹ ਜ਼ਿਆਦਾ ਵਧੀਆ ਢੰਗ ਨਾਲ ਡਿਵੈਲਪ ਹੁੰਦੇ ਆ, ਵੱਧਦੇ ਫੁੱਲਦੇ ਹਨ। ਠੀਕ, ਉਹਨਾਂ ਨੂੰ ਉੱਚ ਸੂਰਜੀ ਕਿਰਨਾਂ ਦੀ ਲੋੜ ਹੁੰਦੀ ਹੈ। ਹਾਈ ਡਾਇਰੈਕਟ ਸਨਲਾਈਟ ਚਾਹੀਦੀ ਆ। ਉਹਨਾਂ ਵਿੱਚ ਖਾਰੇ ਪਾਣੀ ਤੋਂ ਤਾਜ਼ੇ ਪਾਣੀ ਨੂੰ ਜਜ਼ਬ ਕਰਨ ਦੀ ਬਹੁਤ ਵਧੀਆ ਸਮਰੱਥਾ ਹੁੰਦੀ ਹੈ। ਉਹਨਾਂ ਦੀ ਕਪੈਸਿਟੀ ਹੈ ਜੀ ਕਿ ਉਹ ਖਾਰੇ ਪਾਣੀ ਤੋਂ ਵੀ ਸਾਫ਼ ਪਾਣੀ ਅਬਜ਼ੌਰਬ ਕਰ ਲੈਂਦੇ ਆ। ਇਸ ਤਰ੍ਹਾਂ ਦੇ ਕੁਦਰਤੀ ਤੌਰ 'ਤੇ ਉਹ ਬਣੇ ਆ। ਐਨੈਰੋਬਿਕ ਮਿੱਟੀ ਦੀਆਂ ਸਥਿਤੀਆਂ ਵਿੱਚ, ਮਿੱਟੀ ਵਿੱਚ ਜੇ ਆਕਸੀਜਨ ਬਹੁਤ ਘੱਟ ਹੋਵੇ ਉਹਨੂੰ ਕਹਿੰਦੇ ਜੀ ਐਨੈਰੋਬਿਕ ਕੰਡੀਸ਼ਨਸ। ਇਸ ਸਥਿਤੀ ਵਿੱਚ ਵੀ ਉਹ ਸਾਹ ਲੈਣ ਦੀ ਪ੍ਰੋਬਲਮ ਨੂੰ ਦੂਰ ਕਰਨ ਲਈ ਕੀ ਕਰਦੇ ਆ ਜੀ? ਆਪਣੀਆਂ ਖਾਸ ਕਿਸਮ ਦੀਆਂ ਜੜ੍ਹਾਂ ਦਾ ਪ੍ਰਯੋਗ ਕਰਦੇ ਹਨ। ਤਾਂ ਇਹਨਾਂ ਜੜ੍ਹਾਂ ਨੂੰ ਕਹਿੰਦੇ ਆ ਜੀ ਨੂਮੈਟੋਫੋਰਸ। ਕੀ ਕਹਿੰਦੇ ਆ ਜੀ? ਨੂਮੈਟੋਫੋਰਸ। ਬਲਾਈਂਡ ਰੂਟਸ ਕਿਹਾ ਜਾਂਦਾ ਹੈ। ਆ ਦੇਖੋ ਜੀ, ਆ ਦਰਖਤ ਆ, ਆ ਦਰਖਤ ਦੇ ਥੱਲੇ ਇੱਦਾਂ ਜੜ੍ਹਾਂ ਗਈਆਂ ਹੋ ਗਈਆਂ, ਉਹ ਜੜ੍ਹਾਂ ਫਿਰ ਥੱਲਿਓ ਪਾਣੀ ਤੋਂ ਉੱਤੇ ਆ ਜਾਂਦੀਆਂ ਜੀ। ਜੇ ਪਾਣੀ ਵਿੱਚ ਆਕਸੀਜਨ ਘੱਟ ਆ, ਉਹਨਾਂ ਨੂੰ ਆਕਸੀਜਨ ਨਹੀਂ ਮਿਲਦੀ ਪਈ, ਤਾਂ ਉਹ ਜੜ੍ਹਾਂ ਪਾਣੀ ਤੋਂ ਉੱਪਰ ਆ ਜਾਂਦੀਆਂ, ਸਿੱਧਾ ਹਵਾ ਤੋਂ ਆਕਸੀਜਨ ਲੈ ਲੈਂਦੀਆਂ। ਤਾਂ ਇਹ ਜੜ੍ਹਾਂ ਨੂੰ ਕਹਿੰਦੇ ਆ ਜੀ ਨੂਮੈਟੋਫੋਰਸ। ਠੀਕ ਹੈ ਜੀ। ਚਲੋ ਜੀ, ਇੱਥੇ ਕੀ ਸਮਾਪਤੀ ਕਰਦੇ ਆ ਜੀ। ਆਉਂਦੇ ਹਾਂ ਅਗਲੇ ਚੈਪਟਰ ਵੱਲ। ਸਾਡਾ ਮੇਨ ਅੱਜ ਦਾ ਟੌਪਿਕ ਆ ਜੀ ਐਨਵਾਇਰਮੈਂਟਲ ਪ੍ਰਦੂਸ਼ਣ, ਐਨਵਾਇਰਮੈਂਟਲ ਪੋਲਿਊਸ਼ਨ। ਦੇਖਦੇ ਹਾਂ ਜੀ, ਪੈਨ ਸਿਲੈਕਟ ਕਰ ਲਈਏ ਜੀ। ਪ੍ਰਦੂਸ਼ਣ ਕੀ ਹੁੰਦਾ ਜੀ? ਕਿਸੇ ਸਿਸਟਮ ਵਿੱਚ ਜਦੋਂ ਕੋਈ ਚੀਜ਼ ਅਨਵਾਂਟਡ ਚੀਜ਼ ਐਡ ਹੋ ਜਾਂਦੀ ਆ ਤੇ ਉਸ ਸਿਸਟਮ ਨੂੰ ਖਰਾਬ ਕਰਦੀ ਆ, ਅਨਫਿਟ ਫॉर ਯੂਜ਼ ਕਰਦੀ ਆ, ਅਸੀਂ ਕਹਿੰਦੇ ਆ ਕਿ ਹੁਣ ਪ੍ਰਦੂਸ਼ਣ ਹੋ ਗਿਆ।
ਪ੍ਰਦੂਸ਼ਣ ਉਦੋਂ ਹੁੰਦਾ ਹੈ ਜਦੋਂ ਸਿਸਟਮ ਵਿੱਚ ਕੋਈ ਅਣਚਾਹੀ ਚੀਜ਼ ਸ਼ਾਮਿਲ ਕੀਤੀ ਜਾਂਦੀ ਹੈ ਜਿਸ ਨਾਲ ਉਹ ਸਿਸਟਮ ਜੀਵਨ ਲਈ ਅਯੋਗ ਹੋ ਜਾਂਦਾ ਹੈ ਜਾਂ ਘੱਟ ਫਿੱਟ ਹੋ ਜਾਂਦਾ ਹੈ। ਇਹ ਸਿਸਟਮ ਹਵਾ ਹੋ ਸਕਦੀ ਆ, ਪਾਣੀ ਹੋ ਸਕਦਾ ਤੇ ਮਿੱਟੀ ਹੋ ਸਕਦੀ ਆ। ਉਹ ਸਿਸਟਮ ਹੁਣ ਸਾਡੇ ਲਈ ਕੀ ਆ, ਖਰਾਬ ਹੋ ਗਿਆ ਜੀ, ਅਯੋਗ ਹੋ ਗਿਆ ਜਾਂ ਘੱਟ ਫਿੱਟ ਹੋ ਜਾਂਦਾ ਹੈ। ਅੱਗੇ ਹੈ ਜੀ ਪ੍ਰਦੂਸ਼ਕਾਂ ਜਾਂ ਪੋਲਿਊਟੈਂਟਸ ਦਾ ਵਰਗੀਕਰਨ। ਅਸੀਂ ਇਹਨੂੰ ਕਿੰਨਾ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਜੀ। ਕਹਿੰਦਾ ਵਾਤਾਵਰਨ ਵਿੱਚ ਪ੍ਰਦੂਸ਼ਕਾਂ ਦੇ ਬਣੇ ਰਹਿਣ ਦੇ ਰੂਪ ਦੇ ਆਧਾਰ ਤੇ ਵੀ ਉਹ ਜਿਹੜੇ ਪ੍ਰਦੂਸ਼ਕ ਆ, ਪੋਲਿਊਟੈਂਟ ਆ, ਦੇਖੋ ਜੋ ਖਰਾਬ ਚੀਜ਼ ਐਡ ਹੋਈ ਨਾ ਉਹਨੂੰ ਕਹਿੰਦੇ ਪੋਲਿਊਟੈਂਟ, ਪ੍ਰਦੂਸ਼ਕ। ਤੇ ਜਿਹੜੇ ਪ੍ਰਦੂਸ਼ਕ ਆ ਜੇ ਉਹ ਆਪਣੇ ਰੂਪ ਵਿੱਚ ਬਣੇ ਰਹਿੰਦੇ ਆ ਜਾਂ ਟੁੱਟ ਜਾਂਦੇ ਆ ਜਾਂ ਕਿਸੇ ਹੋਰ ਨਾਲ ਰਿਐਕਟ ਕਰਕੇ ਕੁਝ ਹੋਰ ਹੀ ਪ੍ਰੋਡਕਟ ਬਣਾ ਦਿੰਦੇ ਆ, ਇਹ ਵਾਤਾਵਰਨ ਵਿੱਚ ਉਹਨਾਂ ਦਾ ਰੂਪ ਕਿਸ ਰੂਪ ਵਿੱਚ ਬਣੇ ਰਹਿੰਦੇ ਆ, ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਕੁਝ ਕੈਟਾਗਰਾਈਜ਼ ਕਰ ਲੈਂਦੇ ਹਾਂ, ਸ਼੍ਰੇਣੀਬੱਧ ਕੀਤਾ ਜਾ ਸਕਦਾ ਆ। ਉਹ ਕਿਹੜੀਆਂ ਸ਼੍ਰੇਣੀਆਂ ਆ ਦੇਖੋ ਜੀ। ਪਹਿਲਾ ਹੈ ਜੀ ਪ੍ਰਾਇਮਰੀ ਪ੍ਰਦੂਸ਼ਕ। ਇਹ ਵਾਤਾਵਰਨ ਵਿੱਚ ਉਸੇ ਰੂਪ ਵਿੱਚ ਬਣੇ ਰਹਿੰਦੇ ਹਨ ਜਿਸ ਵਿੱਚ ਉਹਨਾਂ ਨੂੰ ਵਾਤਾਵਰਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਉਦਾਹਰਨ ਦੇਖ ਲਓ ਜੀ, ਪਲਾਸਟਿਕ ਹੋ ਗਿਆ। ਪਲਾਸਟਿਕ ਵਾਤਾਵਰਨ ਵਿੱਚ ਐਂਟਰ ਕਰ ਜਾਂਦਾ ਤੇ ਕਾਫੀ ਸਮੇਂ ਤੱਕ ਉਸੇ ਰੂਪ ਵਿੱਚ ਰਹਿੰਦਾ ਜੀ, ਹਜ਼ਾਰਾਂ ਸਾਲਾਂ ਤੱਕ ਕਹਿ ਲਓ, ਮਤਲਬ ਹਜ਼ਾਰਾਂ ਦਾ ਚਲੋ ਬਹੁਤ ਜ਼ਿਆਦਾ ਹੋ ਗਿਆ, ਕਾਫੀ ਸਮੇਂ ਵਿੱਚ ਤੁਸੀਂ ਇਸ ਤਰ੍ਹਾਂ ਯਾਦ ਕਰ ਲਓ ਵੀ ਛੇਤੀ ਕਿਸੇ ਨਾਲ ਰਿਐਕਟ ਕਰਕੇ ਆਪਣਾ ਰੂਪ ਨਹੀਂ ਬਟਾਉਂਦਾ। ਇਸੇ ਪ੍ਰਕਾਰ DDT ਆ ਜੀ, DDT ਵੀ ਆਪਣੇ ਉਸੇ ਰੂਪ ਵਿੱਚ ਕਾਫੀ ਸਮੇਂ ਤੱਕ ਰਹਿੰਦੀ ਹੈ। ਇਹਨੂੰ ਕਹਿੰਦੇ ਜੀ ਪ੍ਰਾਇਮਰੀ ਪ੍ਰਦੂਸ਼ਕ। ਅੱਗੇ ਹੈ ਜੀ ਸੈਕੰਡਰੀ ਪ੍ਰਦੂਸ਼ਕ, ਸੈਕੰਡਰੀ ਪੋਲਿਊਟੈਂਟਸ। ਇਹ ਉਦੋਂ ਬਣਦੇ ਹਨ ਜਦੋਂ ਪ੍ਰਾਇਮਰੀ ਪ੍ਰਦੂਸ਼ਕ ਆਪਸ ਵਿੱਚ ਪਰਸਪਰ ਕਿਰਿਆ ਕਰਦੇ ਹਨ, ਜਿਵੇਂ ਕਿ ਫੋਟੋਕੈਮੀਕਲ ਸਮੋਕ ਅਤੇ ਪਰਆਕਸੀਐਸੀਟਾਈਲ ਨਾਈਟ੍ਰੇਟ। ਪ੍ਰਾਇਮਰੀ ਪੋਲਿਊਟੈਂਟ ਨੇ ਆਪਸ ਵਿੱਚ ਕਿਰਿਆ ਕੀਤੀ ਤੇ ਸਮੋਕ ਬਣਾਤਾ ਜਾਂ PAN ਪਰਆਕਸੀਐਸੀਟਾਈਲ ਨਾਈਟ੍ਰੇਟ ਬਣਾਤਾ। ਜਿਹੜਾ ਪੈਨ ਆ ਉਹ ਨਾਈਟ੍ਰੋਜਨ ਅਤੇ ਹਾਈਡਰੋਕਾਰਬਨ ਦੇ ਆਕਸਾਈਡਾਂ ਦੇ ਆਪਸ ਵਿੱਚ ਪਰਸਪਰ ਕਿਰਿਆ ਦੁਆਰਾ ਬਣਦਾ ਹੈ। ਨਾਈਟ੍ਰੋਜਨ ਤੇ ਹਾਈਡਰੋਕਾਰਬਨ ਇਹਨਾਂ ਨੇ ਰਿਐਕਟ ਕੀਤਾ ਤਾਂ ਸੈਕੰਡਰੀ ਪੋਲਿਊਟੈਂਟ ਬਣਾਤਾ। ਓਕੇ, ਅਸੀਂ ਪ੍ਰਦੂਸ਼ਕਾਂ ਨੂੰ ਹੇਠਾਂ ਦਿੱਤੇ ਮਾਪਦੰਡਾਂ ਦੇ ਆਧਾਰ ਤੇ ਵੀ ਬਣ ਸਕਦੇ ਹਾਂ। ਹੁਣ ਇੱਕ ਹੋਰ ਕ੍ਰਾਈਟੇਰੀਆ ਆ, ਉਹ ਹੈ ਜੀ ਕੁਆਂਟੀਟੇਟਿਵ ਪੋਲਿਊਟੈਂਟ ਤੇ ਕੁਆਲੀਟੇਟਿਵ ਪੋਲਿਊਟੈਂਟ। ਪਹਿਲਾ ਹੈ ਜੀ ਮਾਤਰਾ ਦੇ ਆਧਾਰ ਤੇ, ਮਤਲਬ ਕੁਆਂਟਿਟੀ ਦੇ ਆਧਾਰ ਤੇ ਸਾਡੇ ਕੋਲ ਮਾਤਰਾਤਮਕ ਭਾਵ ਕੁਆਂਟੀਟੇਟਿਵ ਪ੍ਰਦੂਸ਼ਕ ਹੁੰਦੇ ਹਨ ਜੀ। ਕੁਆਂਟੀਟੇਟਿਵ ਉਹ ਕੁਦਰਤ ਵਿੱਚ ਮੌਜੂਦ ਹੁੰਦੇ ਹਨ, ਉਹਨਾਂ ਦੀ ਨੇਚਰ ਪੋਲਿਊਟਰ ਵਰਗੀ ਨਹੀਂ ਆ, ਪਰ ਜਦੋਂ ਉਹਨਾਂ ਦੀ ਮਾਤਰਾ ਇੱਕ ਲਿਮਟ ਤੋਂ ਵੱਧ ਜਾਵੇ ਤਾਂ ਉਹ ਪ੍ਰਦੂਸ਼ਕ ਬਣ ਜਾਂਦੇ ਆ। ਜਦੋਂ ਉਹਨਾਂ ਦੀ ਮਾਤਰਾ ਇੱਕ ਥ੍ਰੈਸ਼ਹੋਲਡ ਜਾਂ ਨਿਸ਼ਚਿਤ ਪੱਧਰ ਤੋਂ ਪਾਰ ਪਹੁੰਚ ਜਾਂਦੀ ਹੈ ਤਾਂ ਉਹ ਪ੍ਰਦੂਸ਼ਕ ਬਣ ਜਾਂਦੇ ਹਨ। ਉਦਾਹਰਨ ਦੇਖੋ ਜੀ, ਕਾਰਬਨ ਡਾਈਆਕਸਾਈਡ। ਐਟਮੋਸਫੇਅਰ ਵਿੱਚ ਕਾਰਬਨ ਡਾਈਆਕਸਾਈਡ ਹੈ, ਪਰ ਜਦੋਂ ਉਹਦੀ ਮਾਤਰਾ ਬਹੁਤ ਵੱਧ ਗਈ, ਇੱਕ ਲਿਮਟ ਤੋਂ ਵੱਧ ਗਈ, ਤਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਲਈ ਖਤਰਾ ਆ, ਇਹ ਪੋਲਿਊਟੈਂਟ ਆ। ਨਾਈਟ੍ਰੋਜਨ ਆਕਸਾਈਡ ਇਹ ਵੀ ਹਵਾ ਵਿੱਚ ਹੁੰਦੀ ਹੈ, ਪਰ ਜਦੋਂ ਇਹਦੀ ਮਾਤਰਾ ਵੱਧ ਜਾਵੇ ਤਾਂ ਅਸੀਂ ਕਹਾਂਗੇ ਇਹ ਪੋਲਿਊਟੈਂਟ ਬਣ ਗਈ ਜੀ। ਦੂਸਰਾ ਹੈ ਜੀ ਕੁਆਲੀਟੇਟਿਵ ਪ੍ਰਦੂਸ਼ਕ, ਗੁਣਾਤਮਕ ਪੱਖੋਂ। ਇਹਦੇ ਵਿੱਚ ਮਾਤਰਾ ਨਹੀਂ ਮੈਟਰ ਕਰਦੀ, ਕੋਈ ਪੋਲਿਊਟੈਂਟ ਹੈ ਤਾਂ ਉਹ ਪੋਲਿਊਟੈਂਟ ਹੈ, ਚਾਹੇ ਘੱਟ ਅਮਾਊਂਟ ਵਿੱਚ ਆ ਚਾਹੇ ਵੱਧ ਅਮਾਊਂਟ ਵਿੱਚ ਆ। ਜਿਸ ਤਰ੍ਹਾਂ ਕੋਈ ਕੀਟਨਾਸ਼ਕ ਹੋ ਗਿਆ, ਫੰਗੀਸਾਈਡ, ਉੱਲੀ ਨਾਸ਼ਕ ਹੋ ਗਿਆ, ਜਿਹੜੀਆਂ ਕੋਈ ਦਵਾਈਆਂ ਰਸਾਇਣ ਅਸੀਂ ਛਿੜਕਾਉਂਦੇ ਹਾਂ, ਉਹ ਸਾਰੇ ਕੀ ਹੈ ਜੀ ਕੁਆਲੀਟੇਟਿਵ ਪ੍ਰਦੂਸ਼ਕ ਆ। ਉਹਨਾਂ ਦੀ ਕੁਆਲਿਟੀ ਹੀ ਪ੍ਰਦੂਸ਼ਣ ਕਰਨ ਵਾਲੀ ਆ। ਕੁਦਰਤੀ ਰੂਪ ਵਿੱਚ ਇਹ ਪ੍ਰਦੂਸ਼ਕ ਹੁੰਦੇ ਹਨ, ਨੈਚੁਰਲੀ ਇਹ ਪੋਲਿਊਟੈਂਟ ਆ। ਉਹ ਪ੍ਰਦੂਸ਼ਕ ਹਨ ਜਾਂ ਨਹੀਂ, ਇਹ ਉਹਨਾਂ ਦੀ ਮਾਤਰਾ ਤੇ ਨਿਰਭਰ ਨਹੀਂ ਕਰਦਾ। ਉਹ ਮਨੁੱਖ ਦੁਆਰਾ ਬਣਾਏ ਗਏ ਹਨ। ਆਹ ਗੱਲ ਆ ਜੀ, ਮੈਨ ਮੇਡ ਆ ਇਹ, ਅਤੇ ਕੁਦਰਤੀ ਤੌਰ ਤੇ ਨਹੀਂ ਹੁੰਦੇ। ਉਦਾਹਰਨ ਵਿੱਚ ਵੱਖ-ਵੱਖ ਰਸਾਇਣ ਸ਼ਾਮਿਲ ਹਨ, ਜਿਵੇਂ ਕਿ ਕੀਟਨਾਸ਼ਕ ਹੋ ਗਏ, ਉੱਲੀ ਨਾਸ਼ਕ ਹੋ ਗਏ, ਨਦੀਨ ਨਾਸ਼ਕ। ਖੇਤਾਂ ਵਿੱਚ ਜਿਹੜੇ ਵਾਧੂ ਨਦੀਨ ਆ ਪੌਦੇ ਆ ਸਾਡੀ ਫਸਲ ਦੇ ਵਿੱਚ ਉੱਗ ਗਏ, ਉਹਨਾਂ ਨੂੰ ਮਾਰਨ ਲਈ ਨਦੀਨ ਨਾਸ਼ਕ ਵੀਡੀਸਾਈਡ ਯੂਜ਼ ਕੀਤਾ। ਇਹ ਸਾਰੇ ਕੀ ਹੈ ਜੀ, ਇਹ ਕੁਆਲੀਟੇਟਿਵ ਪੋਲਿਊਟੈਂਟ ਆ ਜੀ। ਓਕੇ, ਅਸੀਂ ਪੋਲਿਊਟੈਂਟਸ ਨੂੰ ਬਾਇਓਡੀਗ੍ਰੇਡੇਬਲ ਅਤੇ ਨੌਨ ਜਾਂ ਗੈਰ ਬਾਇਓਡੀਗ੍ਰੇਡੇਬਲ ਵਜੋਂ ਵੀ ਬਣ ਸਕਦੇ ਹਾਂ। ਪਹਿਲਾਂ ਗੱਲ ਆਉਂਦੀ ਹੈ ਜੀ ਬਾਇਓਡੀਗ੍ਰੇਡੇਬਲ ਪ੍ਰਦੂਸ਼ਕ। ਉਹ ਹੁੰਦੇ ਹਨ ਜੋ ਕਿ ਮਾਈਕਰੋਬੀਅਲ ਕਿਰਿਆ
ਮਾਈਕਰੋ ਆਰਗੈਨਿਜ਼ਮ ਦੁਆਰਾ ਉਹਨਾਂ ਦਾ ਵਿਘਟਨ ਹੋ ਜਾਂਦਾ ਆ। ਉਹ ਪੋਲਿਊਟੈਂਟ ਟੁੱਟ ਜਾਂਦੇ ਆ ਸੂਖਸ਼ਮ ਜੀਵਾਂ ਦੁਆਰਾ। ਮਾਈਕਰੋਬੀਅਲ ਕਿਰਿਆ ਦੁਆਰਾ ਘਟਾਏ ਜਾ ਸਕਦੇ ਹਨ, ਉਹਨਾਂ ਦਾ ਵਿਘਟਨ ਕੀਤਾ ਜਾ ਸਕਦਾ ਹੈ, ਜਾਂ ਸਿੰਪਲੀ ਅੰਗਰੇਜ਼ੀ ਵਿੱਚ ਕਹੀਏ ਉਹਨਾਂ ਨੂੰ ਡੀਗ੍ਰੇਡ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸੀਵਰੇਜ ਦਾ ਵੇਸਟ, ਸਾਡੇ ਘਰਾਂ ਦਾ ਨਾਲੀਆਂ ਰਾਹੀਂ ਜਿਹੜਾ ਵੇਸਟ ਗਿਆ ਉਹ ਸੀਵਰੇਜ ਵੇਸਟ ਹੋ ਗਿਆ, ਅਤੇ ਇਹਦੀ ਬਾਇਓਡੀਗ੍ਰੇਡੇਸ਼ਨ ਹੋ ਸਕਦੀ ਆ, ਇਹਦਾ ਵਿਘਟਨ ਹੋ ਸਕਦਾ ਆ ਸੂਖਸ਼ਮ ਜੀਵਾਂ ਦੁਆਰਾ। ਇਸੇ ਪ੍ਰਕਾਰ ਖੇਤ ਦੀ ਰਹਿੰਦ ਖੂੰਹਦ, ਪਸ਼ੂਆਂ ਦੀ ਰਹਿੰਦ ਖੂੰਹਦ ਵਗੈਰਾ। ਅਤੇ ਗੈਰ ਬਾਇਓਡੀਗ੍ਰੇਡੇਬਲ ਪ੍ਰਦੂਸ਼ਕ ਉਹ ਹੁੰਦੇ ਆ ਜੋ ਕਿ ਮਾਈਕਰੋਬੀਅਲ ਐਕਸ਼ਨ ਦੁਆਰਾ ਡੀਗ੍ਰੇਡ ਨਹੀਂ ਹੁੰਦੇ। ਇਹਨਾਂ ਵਿੱਚ ਪਲਾਸਟਿਕ, ਕੱਚ, DDT, ਹੈਵੀ ਮੈਟਲਸ, ਭਾਰੀ ਧਾਤਾਂ, ਹੈਵੀ ਮੈਟਲਸ, ਲੈਡ ਹੋ ਗਿਆ, ਨਿਕਲ ਹੋ ਗਿਆ, ਇਸ ਤਰ੍ਹਾਂ ਦੇ ਨਾ ਜਿਹੜੇ ਹੈਗੇ ਧਾਤਾਂ ਉਹਨਾਂ ਨੂੰ ਕਹਿੰਦੇ ਹੈਵੀ ਮੈਟਲਸ, ਰੇਡੀਓ ਐਕਟਿਵ ਪਦਾਰਥ ਆਦਿ ਸ਼ਾਮਿਲ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਡੀਗ੍ਰੇਡੇਸ਼ਨ ਹੋਣ ਵਿੱਚ ਬਹੁਤ ਸਮਾਂ ਲੱਗਦਾ ਹੈ। ਜਿੱਦਾਂ ਪਲਾਸਟਿਕ ਹੀ ਆ, ਇੱਦਾਂ ਦੀ ਗੱਲ ਨਹੀਂ ਪਲਾਸਟਿਕ ਡੀਗ੍ਰੇਡ ਨਹੀਂ ਹੁੰਦਾ ਆ, ਪਰ ਇਸ ਨੂੰ ਡੀਗ੍ਰੇਡ ਹੋਣ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ ਆ। ਅਤੇ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਉਹ ਪਲਾਸਟਿਕ ਨਹੀਂ ਸੜਦਾ, ਕਿਉਂਕਿ ਉਹ ਸਾਡੇ ਆਪਣੇ ਲਾਈਫ ਟਾਈਮ ਵਿੱਚ ਨਹੀਂ ਸੜਦਾ, ਉਹਨੂੰ ਬਹੁਤ ਜ਼ਿਆਦਾ ਸਮਾਂ ਚਾਹੀਦਾ ਆ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਡੀਗ੍ਰੇਡੇਸ਼ਨ ਲਈ ਬਹੁਤ ਸਮਾਂ ਲੱਗਦਾ ਹੈ। ਇਹ ਗੱਲਾਂ ਪੈਦਾ ਹੋਣ ਦੇ ਆਧਾਰ 'ਤੇ ਪ੍ਰਦੂਸ਼ਕ ਦੀਆਂ ਇਹ ਕਿਸਮਾਂ ਹਨ। ਕਿੱਥੋਂ ਪੈਦਾ ਹੋ ਰਿਹਾ? ਉਹ ਕੁਦਰਤੀ ਰੂਪ ਵਿੱਚ ਪੈਦਾ ਹੋ ਰਿਹਾ ਹੈ ਜਾਂ ਇਨਸਾਨ ਨੇ ਉਸਨੂੰ ਪੈਦਾ ਕੀਤਾ। ਜੇ ਇਨਸਾਨ ਨੇ ਪੈਦਾ ਕੀਤਾ ਉਹਨੂੰ ਕਹਿੰਦੇ ਜੀ ਐਂਥਰੋਪੋਜੈਨਿਕ। ਓਕੇ, ਮਨੁੱਖੀ ਕਿਰਿਆਵਾਂ ਦੁਆਰਾ ਪੈਦਾ ਹੋਏ। ਅੱਗੇ ਜੀ ਪ੍ਰਦੂਸ਼ਣ ਦੇ ਕਈ ਕਾਰਨ ਹਨ। ਇਹਨਾਂ ਵਿੱਚ ਕੁਝ ਖਾਸ ਕਾਰਨ ਇਸ ਪ੍ਰਕਾਰ ਕਿਹੜੇ ਆ ਦੇਖੋ ਜੀ। ਇਨਸਾਨੀ ਆਬਾਦੀ ਬਹੁਤ ਵੱਧਦੀ ਪਈ ਆ, ਆਬਾਦੀ ਵਿਸਫੋਟ ਹੋ ਰਿਹਾ, ਨਤੀਜੇ ਵਜੋਂ ਵਧੇਰੇ ਰਿਸੋਰਸਸ ਸਰੋਤਾਂ ਦੀ ਵਰਤੋਂ ਹੋ ਰਹੀ ਹੈ। ਵੇਸਟ, ਰਹਿੰਦ ਖੂੰਹਦ, ਪ੍ਰਦੂਸ਼ਣ ਦਾ ਉਤਪਾਦਨ ਹੁੰਦਾ ਜੀ। ਤੇਜ਼ੀ ਨਾਲ ਉਦਯੋਗੀਕਰਨ ਹੋ ਰਿਹਾ, ਇੰਡਸਟਰੀਅਲਾਈਜੇਸ਼ਨ, ਅਰਬਨਾਈਜੇਸ਼ਨ, ਸ਼ਹਿਰੀਕਰਨ ਹੋ ਰਿਹਾ। ਕੁਦਰਤੀ ਰਿਸੋਰਸਸ ਦਾ ਜ਼ਿਆਦਾ ਸ਼ੋਸ਼ਣ ਹੋ ਰਿਹਾ। ਫੋਰੈਸਟ ਫਾਇਰ, ਜੰਗਲ ਵਿੱਚ ਅੱਗ ਲੱਗ ਗਈ, ਕਾਫੀ ਪੋਲੂਸ਼ਨ ਹੋਏਗਾ ਜੀ ਉਹਨਾਂ। ਜਵਾਲਾਮੁਖੀ ਫਟਿਆ ਜੀ, ਉਹਨਾਂ ਵੀ ਕਈ ਪ੍ਰਕਾਰ ਦੀਆਂ ਗੈਸਾਂ ਐਟਮੋਸਫੇਅਰ ਵਿੱਚ ਐਡ ਹੋ ਜਾਂਦੀਆਂ। ਓਕੇ ਜੀ, ਇਹ ਕੁਝ ਗੱਲਾਂ ਅਸੀਂ ਬੇਸਿਕ ਜੀਆਂ ਪੜ੍ਹੀਆਂ। ਹੁਣ ਪੜ੍ਹਦੇ ਹਾਂ ਜੀ ਹਵਾ ਪ੍ਰਦੂਸ਼ਣ, ਏਅਰ ਪੋਲੂਸ਼ਨ। ਮੁੱਖ ਹਵਾ ਪ੍ਰਦੂਸ਼ਕ ਅਤੇ ਉਹਨਾਂ ਦੇ ਸਰੋਤ ਇਸ ਪ੍ਰਕਾਰ ਹਨ। ਕਿਹੜੇ ਆ ਜੀ? ਪਹਿਲਾ ਹੈ ਜੀ ਕਾਰਬਨ ਡਾਈਆਕਸਾਈਡ, CO2। ਇਹ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਜੈਵਿਕ ਈਂਧਨ, ਕਿਹੜਾ ਜੈਵਿਕ ਈਂਧਨ ਵਿੱਚ ਕੀ ਸ਼ਾਮਿਲ ਹੋ ਗਿਆ ਜੀ? ਕੋਲਾ, ਤੇਲ, ਕੁਦਰਤੀ ਗੈਸਾਂ, ਨੈਚੁਰਲ ਗੈਸ ਵਗੈਰਾ। ਇਹਨਾਂ ਨੂੰ ਸਾੜਨ ਦੇ ਨਤੀਜੇ ਵਜੋਂ ਨਿਕਲਣ ਵਾਲੀ ਮੁੱਖ ਗ੍ਰੀਨ ਹਾਊਸ ਗੈਸ ਹੈ ਜੀ। ਜੈਵਿਕ ਈਂਧਨ ਨੂੰ ਜਦੋਂ ਤੁਸੀਂ ਜਲਾਇਆ ਤਾਂ ਫਿਰ ਜਿਹੜੀ ਮੇਨ ਗੈਸ ਨਿਕਲੀ ਉਹ ਹੈ ਜੀ ਕਾਰਬਨ ਡਾਈਆਕਸਾਈਡ। ਦੇਖੋ ਇਹ ਸਾਰੇ ਜੈਵਿਕ ਈਂਧਨ ਕੀ ਆ? ਹੈ ਤਾਂ ਕਾਰਬਨ ਹੀ ਆ ਨਾ। ਤਾਂ ਜਦੋਂ ਕਾਰਬਨ ਦੇ ਨਾਲ ਆਕਸੀਜਨ ਮਿਲੀ, ਜਦੋਂ ਕਾਰਬਨ ਜਲਿਆ, ਕਾਰਬਨ ਦੇ ਨਾਲ ਆਕਸੀਜਨ ਮਿਲ ਗਈ ਤਾਂ ਕੀ ਬਣ ਗਿਆ ਜੀ? CO2 ਬਣ ਗਿਆ। ਅੱਗੇ ਹੈ ਜੀ ਕਾਰਬਨ ਮੋਨੋਆਕਸਾਈਡ। ਮੋਨੋ ਦਾ ਮਤਲਬ ਇੱਕ। ਕਾਰਬਨ ਆ, ਉਹਨੂੰ ਜਲਾਇਆ ਪਰ ਸਾਡੇ ਕੋਲ ਆਕਸੀਜਨ ਬਹੁਤੀ ਨਹੀਂ ਹੈਗੀ, ਆਕਸੀਜਨ ਘੱਟ ਆ, O2 ਨਹੀਂ ਆ, O1 ਹੀ ਆ, ਤਾਂ ਕੀ ਬਣ ਗਿਆ ਜੀ? CO, ਕਾਰਬਨ ਮੋਨੋਆਕਸਾਈਡ। ਡਾਈ ਦਾ ਮਤਲਬ ਹੋ ਗਿਆ ਦੋ, ਆਕਸੀਜਨ ਕਿੰਨੇ ਆ? 2। ਕਾਰਬਨ ਮੋਨੋਆਕਸਾਈਡ ਇੱਕ ਰੰਗਹੀਣ, ਗੰਧਹੀਣ ਗੈਸ ਹੈ। ਨਾ ਰੰਗ ਆ ਤਾਂ ਨਾ ਉਹਦੀ ਆਰਡਰ ਆ, ਗੰਧ ਆ। ਅਤੇ ਇਹ ਕਾਰਬਨ ਆਧਾਰਿਤ ਬਾਲਣ ਜਿਵੇਂ ਕਿ ਕੋਲਾ, ਪੈਟਰੋਲ, ਡੀਜ਼ਲ, ਲੱਕੜ ਅਤੇ ਚਾਰਕੋਲ ਆਦਿ ਦੇ ਪਾਰਸ਼ੀਅਲੀ ਅਧੂਰੇ ਜਲਣ ਨਾਲ ਪੈਦਾ ਹੁੰਦੀ ਹੈ। ਇਹ ਸਾਡੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਨੂੰ ਘਟਾਉਂਦਾ ਹੈ। ਆਹ ਗੱਲ ਸਮਝੀਏ, ਜਦੋਂ ਅਸੀਂ ਸਾਹ ਲੈਂਦੇ ਹਾਂ ਸਾਡੇ ਅੰਦਰ ਆਕਸੀਜਨ ਜਾਂਦੀ ਹੈ ਅਤੇ ਉਹ ਆਕਸੀਜਨ ਸਾਡੇ ਖੂਨ ਦੇ ਵਿੱਚ ਜਿਹੜੇ ਹੈਗੇ ਨਾ ਇਹ ਹੀਮੋਗਲੋਬਿਨ ਉਹਦੇ ਨਾਲ ਅਟੈਚ ਹੋ ਜਾਂਦੀ ਆ ਅਤੇ ਉਹ ਹੀਮੋਗਲੋਬਿਨ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਹਿੱਸੇ ਤੱਕ ਲੈ ਜਾਂਦਾ। ਪਰ ਜਦੋਂ CO ਇੰਟਰ ਹੋ ਜਾਏਗੀ ਨਾ ਸਾਡੀ ਬਾਡੀ ਵਿੱਚ, ਕਾਰਬਨ ਮੋਨੋਆਕਸਾਈਡ ਇੰਟਰ ਹੋ ਜਾਂਦੀ ਆ ਅਤੇ ਉਹ ਹੀਮੋਗਲੋਬਿਨ ਦੇ ਨਾਲ ਕੰਪਾਊਂਡ ਬਣਾ ਲੈਂਦੀ ਆ ਅਤੇ ਹੀਮੋਗਲੋਬਿਨ ਦੀ ਆਕਸੀਜਨ ਕੈਰਿੰਗ ਕਪੈਸਿਟੀ ਨੂੰ ਘਟਾ ਦਿੰਦੇ ਆ। ਸਿੰਪਲੀ ਅਸੀਂ ਕਹਿ ਦਈਏ ਕਿ ਕਾਰਬਨ ਮੋਨੋਆਕਸਾਈਡ ਕਰਕੇ ਸਾਡੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟ ਜਾਂਦੀ ਹੈ। ਸਾਡਾ ਖੂਨ ਆਕਸੀਜਨ ਨੂੰ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਨਹੀਂ ਪਹੁੰਚਾ ਪਾਉਂਦਾ। ਇਸ ਨਾਲ ਸਾਨੂੰ ਨੀਂਦ ਜਿਹੀ ਆ ਜਾਂਦੀ ਆ, ਅਸੀਂ ਉੱਠ ਨਹੀਂ ਸਕਦੇ, ਸੁੱਤੇ ਹੀ ਰਹਿ ਜਾਂਦੇ ਹਾਂ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਅਤੇ ਸਾਡੇ ਰੋਗ ਪ੍ਰਤੀਰੋਧਕ क्षमता ਵੀ ਘਟਦੀ ਹੈ ਜੀ। ਇਸ ਦੇ ਨਾਲ ਸਾਡਾ ਇਮਿਊਨ ਸਿਸਟਮ, ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਸਾਡੀ ਘਟਦੀ ਆ ਕਾਰਬਨ ਮੋਨੋਆਕਸਾਈਡ ਕਰਕੇ। ਇਸੇ ਕਰਕੇ ਕਹਿੰਦੇ ਆ ਨਾ ਕਿ ਸਰਦੀਆਂ ਵਿੱਚ ਕਮਰੇ ਅੰਦਰ ਅੰਗੀਠੀ ਜਲਾ ਕੇ ਨਾ ਸੋਵੋ, ਕਿਉਂਕਿ ਕਮਰੇ ਅੰਦਰ ਆਕਸੀਜਨ ਘੱਟ ਹੁੰਦੀ ਆ
ਤੇ ਅੰਗੀਠੀ ਅੰਦਰ ਜਿਹੜਾ ਬਾਲਣਾ ਉਹ ਜਦੋਂ ਬਲੂਗਾ ਤੇ ਉਹ ਆਕਸੀਜਨ ਨਾਲ ਮਿਲ ਕੇ ਕਾਰਬਨ ਮੋਨੋਆਕਸਾਈਡ ਬਣਾ ਦਿੰਦਾ। ਤੇ ਕਾਰਬਨ ਮੋਨੋਆਕਸਾਈਡ ਜਦੋਂ ਅਸੀਂ ਲੈਂਦੇ ਆ ਤੇ ਸਾਨੂੰ ਨੀਂਦ ਜੀ ਆ ਜਾਂਦੀ ਆ, ਅਸੀਂ ਉੱਠ ਨਹੀਂ ਪਾਉਂਦੇ, ਤਾਂ ਸਾਡੀ ਬਾਡੀ ਵਿੱਚ ਆਕਸੀਜਨ ਜਾਂਦੀ ਨਹੀਂ ਤੇ ਸਵੇਰੇ ਬੰਦੇ ਕਈ ਵਾਰ ਮਰ ਜਾਂਦੇ ਆ। ਅੱਗੇ ਗੱਲ ਆਉਂਦੀ ਜੀ ਓਜ਼ੋਨ ਦੀ। ਓਜ਼ੋਨ ਕੀ ਹੁੰਦਾ ਜੀ? O3। ਹੁਣ ਤੁਸੀਂ ਪੜ੍ਹਿਆ ਹੋਏਗਾ ਸਕੂਲਾਂ 'ਚ ਕਿ ਆਹ ਸਾਡੀ ਧਰਤੀ ਆ, ਇਹ ਆਹ ਤੁਹਾਡੀ ਧਰਤੀ ਆ ਜੀ। ਧਰਤੀ ਦੇ ਉੱਤੇ ਟ੍ਰੋਪੋਸਫੀਅਰ ਆ ਇੱਕ ਪਰਤ ਹਵਾ ਦੀ, ਇੱਕ ਹੁੰਦੀ ਸਟ੍ਰੈਟੋਸਫੀਅਰ। ਆਹ ਸਟ੍ਰੈਟੋਸਫੀਅਰ ਵਿੱਚ ਓਜ਼ੋਨ ਦੀ ਇੱਕ ਪਰਤ ਹੁੰਦੀ ਆ, ਇੱਥੇ ਓਜ਼ੋਨ ਹੁੰਦਾ ਜੀ। ਓਜ਼ੋਨ ਕਿੰਨਾ ਹੁੰਦਾ ਜੀ ਸਟ੍ਰੈਟੋਸਫੀਅਰ ਵਿੱਚ। ਤੇ ਇਹ ਜਿਹੜਾ ਓਜ਼ੋਨ ਆ ਨਾ, ਇਹ ਸੂਰਜ ਤੋਂ ਆਉਂਦੀਆਂ ਪਰਾ ਬੈਂਗਣੀ ਕਿਰਨਾਂ ਤੋਂ ਸਾਨੂੰ ਬਚਾਉਂਦਾ। UV ਰੇਸ, ਅਲਟਰਾਵਾਇਲਟ ਰੇਸ, ਪਰਾ ਬੈਂਗਣੀ ਕਿਰਨਾਂ ਤੋਂ ਸਾਨੂੰ ਓਜ਼ੋਨ ਬਚਾਉਂਦੀ ਆ। ਪਰ ਜੇ ਓਜ਼ੋਨ ਧਰਤੀ ਦੇ ਲਾਗੇ ਹੋਵੇ ਨਾ ਤਾਂ ਉਹ ਪੋਲਿਊਟੈਂਟ ਆ ਜੀ, ਉਹ ਪ੍ਰਦੂਸ਼ਕ ਆ, ਸਾਡੇ ਲਈ ਚੰਗਾ ਨਹੀਂ ਆ। ਓਜ਼ੋਨ ਕੁਦਰਤੀ ਤੌਰ ਤੇ ਧਰਤੀ ਦੀ ਸਤ੍ਹਾ ਤੋਂ ਲਗਭਗ 15 ਤੋਂ 20 ਕਿਲੋਮੀਟਰ ਉੱਪਰ ਸਟ੍ਰੈਟੋਸਫੀਅਰ ਵਿੱਚ ਪਾਈ ਜਾਂਦੀ ਹੈ, ਭਾਵ ਵਾਯੂਮੰਡਲ ਦੀਆਂ ਉੱਪਰਲੀਆਂ ਪਰਤਾਂ ਵਿੱਚ। ਓਜ਼ੋਨ, ਇਹ ਵਾਲੀ ਓਜ਼ੋਨ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਅਲਟਰਾਵਾਇਲਟ ਜਾਂ ਪਰਾ ਬੈਂਗਣੀ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦਾ ਹੈ, ਠੀਕ ਹੈ ਜੀ। ਪਰ ਜ਼ਮੀਨੀ ਪੱਧਰ ਤੇ ਜਿਹੜਾ ਓਜ਼ੋਨ ਆ ਉਹ ਕੀ ਹੈ? ਇੱਕ ਪੋਲਿਊਟੈਂਟ ਹੈ ਅਤੇ ਇਸ ਦੇ ਜ਼ਹਿਰੀਲੇ ਪ੍ਰਭਾਵ ਹਨ। ਇਹ ਠੰਡ ਅਤੇ ਨਿਮੋਨੀਆ ਪ੍ਰਤੀ ਸਾਡੀ ਲੜਨ ਦੀ ਖਮਤਾ ਨੂੰ ਘਟਾ ਸਕਦਾ ਹੈ। ਸਾਨੂੰ ਜਲਦੀ ਠੰਡ ਲੱਗ ਸਕਦੀ ਹੈ, ਜਲਦੀ ਨਿਮੋਨੀਆ ਹੋ ਸਕਦਾ ਅਤੇ ਸਾਡੀਆਂ ਅੱਖਾਂ ਵਿੱਚ ਇਚਿੰਗ, ਖਾਰਿਸ਼ ਕਰ ਸਕਦਾ ਹੈ ਜੀ ਓਜ਼ੋਨ। ਜ਼ਮੀਨੀ ਪੱਧਰ ਦੇ ਓਜ਼ੋਨ ਦਾ ਮੁੱਖ ਸਰੋਤ ਵਹੀਕਲਸ, ਵਾਹਨਾਂ ਅਤੇ ਉਦਯੋਗਾਂ, ਇੰਡਸਟਰੀ ਤੋਂ ਨਿਕਲਣ ਕਰਕੇ ਹੈ ਜੀ, ਉਤਸਰਜਨ ਹੈ। ਵਹੀਕਲਸ ਤੇ ਇੰਡਸਟਰੀ ਤੋਂ ਓਜ਼ੋਨ ਨਿਕਲਦਾ ਜੀ। ਓਕੇ, ਵਾਯੂਮੰਡਲ ਵਿੱਚ ਨਾਈਟ੍ਰੋਜਨ ਆਕਸਾਈਡ ਨਾਲ ਪ੍ਰਤੀਕਿਰਿਆ ਕਰਨ ਤੇ ਇਹ ਸਮੋਗ ਅਤੇ ਤੇਜ਼ਾਬੀ ਵਰਖਾ ਦਾ ਕਾਰਨ ਬਣਦਾ ਹੈ। ਐਟਮੋਸਫੇਅਰ ਵਿੱਚ ਨਾਈਟ੍ਰੋਜਨ ਆਕਸਾਈਡ ਆ, ਉਹਦੇ ਨਾਲ ਓਜ਼ੋਨ ਰਿਐਕਟ ਕਰਦੀ ਆ, ਠੀਕ, ਤੇ ਸਮੋਗ ਬਣਾਉਂਦੀ ਆ। ਸਮੋਗ ਕੀ ਹੁੰਦਾ ਜੀ? ਸਮੋਗ ਪਲੱਸ ਫੌਗ ਕੀ ਹੁੰਦਾ? ਧੁੰਦ ਤੇ ਪਲੱਸ ਧੂੜ, ਇਹ ਮਿਲ ਕੇ ਸਮੋਗ ਬਣਾ ਦਿੰਦੀ ਹੈ ਜੀ। ਮਤਲਬ ਓਜ਼ੋਨ ਕਰਕੇ ਸਮੋਗ ਬਣ ਜਾਂਦੀ ਆ, ਠੀਕ, ਤੇ ਤੇਜ਼ਾਬੀ ਵਰਖਾ ਵੀ ਹੁੰਦੀ ਆ ਓਜ਼ੋਨ ਕਰਕੇ। ਇਹ ਨੁਕਸਾਨ ਆ ਜੀ ਓਜ਼ੋਨ ਦੇ। ਓਕੇ, ਅੱਗੇ ਅਸੀਂ ਪੜ੍ਹਾਂਗੇ ਡਿਟੇਲ 'ਚ ਵੀ ਕਿੱਦਾਂ ਰਿਐਕਸ਼ਨ ਹੁੰਦੇ ਆ, ਪਰ ਤੁਸੀਂ ਮੇਨ ਜਿਹਾ ਪੜ੍ਹ ਲਓ ਵੀ ਹਾਂ ਵੀ ਓਜ਼ੋਨ ਜ਼ਮੀਨ ਪੱਧਰ ਤੇ ਸਾਡੇ ਲਈ ਹਾਨੀਕਾਰਕ ਆ। ਇਹ ਸਮੋਗ ਬਣਾਉਂਦੀ ਆ, ਠੀਕ ਹੈ, ਤੇ ਪਾਣੀ ਨਾਲ ਰਿਐਕਟ ਕਰਕੇ ਇਹ ਤੇਜ਼ਾਬੀ ਵਰਖਾ ਦਾ ਕਾਰਨ ਵੀ ਬਣਦੀ ਹੈ। ਓਕੇ, ਠੀਕ ਹੈ ਜੀ। ਇਸ ਤੋਂ ਅੱਗੇ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਜੀ। ਇੱਥੇ ਹੀ ਅੱਜ ਸਮਾਪਤੀ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।